ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰਯੋਗ ਸਾਧ ਸੰਗਤ ਜੀ, ਹੁਣ ਗਿਆਨੀ ਰਣ ਸਿੰਘ ਜੀ ਗੁਰ ਇਤਿਹਾਸ ਦੀ ਕਥਾ ਦੁਆਰਾ ਆਪ ਸਾਰੀਆਂ ਸੰਗਤਾਂ ਨੂੰ ਨਿਹਾਲ ਕਰਨਗੇ। ਸਾਰੀਆਂ ਸੰਗਤਾਂ ਚਾਹ ਪਾਣੀ ਦਾ ਆਨੰਦ ਮਾਣ ਕੇ ਦਰਬਾਰ ਦੀਵਾਨ ਵਿੱਚ ਆਉਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਨਾਨਕ ਪਦ ਅੰਗਦ ਗੁਰ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਿ ਗੋਬਿੰਦ ਸ਼੍ਰੀ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਿਨਾਸਨ ਸੋਏ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖ ਬਦਰੋਂ ਸੁਨ ਜਉ ਕਾਲ ਕਿਰਪਾ ਕਰਾਏ ਹਮ ਨ ਸਕਤ ਕਰ ਸਿਫਤ ਤੁਮਹਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਮੁਝ ਮਨ ਮੈਂ ਥੀ ਐਸ ਵਿਚਾਰਾ ਦਿਉ ਵਸਾਇਕ ਗ੍ਰਾਮ ਨਿਰਾਰਾ ਸੋ ਤੋ ਰਹਿ ਮਨੋਰਥ ਮੇਰੇ ਪੰਗ ਤਕਹ ਜਿਉ ਗ੍ਰਹਿ ਸਿਰ ਹੇਰੇ ਮੁਝ ਮਨ ਮੈਂ ਥੀ ਐਸ ਵਿਚਾਰਾ ਦਿਉ ਵਸਾਇਕ ਗ੍ਰਾਮ ਨਿਰਾਰਾ ਸੋ ਤੋ ਰਹਿ ਮਨੋਰਥ ਮੇਰੇ ਪੰਗ ਤਕਹ ਜਿਉ ਗੇਹ ਸਿਰ ਹੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਆਓ ਪਾਵਨ ਗੁਰ ਇਤਿਹਾਸ ਦੀ ਲੜੀਵਾਰ ਕਥਾ ਆਰੰਭ ਹੋਣ ਲੱਗੀ ਹੈ। ਪਿਛਲੇ ਦੀਵਾਨ ਅੰਦਰ ਆਪ ਸੰਗਤਾਂ ਨੇ ਸਰਵਣ ਕੀਤਾ ਕਿ ਗੁਰੂ ਦੇ ਨਾਨਕ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੂੰ ਮਹਿਤਾ ਕਾਲੂ ਜੀ ਆਪਣੇ ਪਾਸ ਬਿਠਾ ਕਰਕੇ ਤਿਨਾਂ ਦੇ ਚਿਹਰੇ ਤੇ ਆਈ ਹੋਈ ਲਾਲੀ ਔਰ ਖੁਸ਼ਹਾਲੀ ਸਾਰੇ ਨਗਰ ਵਿੱਚ ਸਾਕ ਸੰਬੰਧੀਆਂ ਨਾਲ ਮੇਲ ਮਿਲਾਪ ਦੇਖ ਕਰਕੇ ਪ੍ਰਸੰਨ ਹੋ ਕਰਕੇ ਅਗਲੇ ਕਾਰਜ ਵਾਸਤੇ ਸਮਝਾ ਰਹੇ ਹਨ। ਸੋ ਕਵੀ ਸਾਹਿਬ ਜੀ ਕਥਨ ਕਰਦੇ ਨੇ ਕਿ ਮੁਝ ਮਨ ਮੈਂ ਥੀ ਐਸ ਵਿਚਾਰਾ। ਬਾਬਾ ਕਾਲੂ ਜੀ ਕਹਿੰਦੇ ਕਿ ਇਹ ਪੁੱਤਰ ਮੇਰੇ ਮਨ ਵਿੱਚ ਵਿਚਾਰ ਸੀ
ਕਿ ਦਿਉ ਬਸਾ ਇੱਕ ਗ੍ਰਾਮ ਨਰਾਰਾ। ਜੇ ਤੁਸੀਂ ਖੇਤੀ ਕਰ ਲੈਂਦੇ, ਉਸ ਕੰਮ ਵਿੱਚ ਨਿਪੁੰਨ ਹੋ ਜਾਂਦੇ, ਤੇ ਮੈਂ ਇੱਕ ਵੱਖਰਾ ਨਗਰ ਵਸਾ ਦੇਣਾ ਸੀ। ਸੋ ਤੋ ਰਹਿ ਮਨੋਰਥ ਮੇਰੇ। ਪਰ ਉਹ ਸਾਰੇ ਮਨੋਰਥ ਜਿਹੜੇ ਮੇਰੇ ਅਜਾਏ ਚਲੇ ਗਏ, ਰਹਿ ਗਏ। ਉਹਨਾਂ ਵਿੱਚ ਮੈਨੂੰ ਬੜਾ ਭਾਰੀ ਘਾਟਾ ਦੇਖਣਾ ਪਿਆ। ਪੰਗ ਤਕਹ ਜਿਉ ਗਿਰ ਸਿਰ ਹੇਰੇ। ਉਹ ਮਨੋਰਥ ਮੇਰੇ ਇਸ ਤਰ੍ਹਾਂ ਰਹਿ ਗਏ ਜਿਸ ਤਰ੍ਹਾਂ ਕੋਈ ਪਿੰਗਲਾ ਹੋਵੇ, ਉਹ ਕਹੇ ਕਿ ਮੈਂ ਪਹਾੜ ਦੀ ਚੋਟੀ ਦੇਖ ਲਵਾਂ ਪਰ ਦੇਖ ਨਾ ਸਕੇ। ਇਸ ਤਰ੍ਹਾਂ ਮੈਂ ਆਪਣੇ ਪੁੱਤਰ ਦੀ ਜਿਹੜੀ ਉਹ ਚੜ੍ਹਾਈ ਦੇਖ ਨਹੀਂ ਸਕਿਆ। ਮੁਝ ਤੇ 20 ਕਾਰਖ ਕਲੀਜੈ, ਆਨ ਸਤਾਨ ਪਿਆਨੋ ਕੀਜੈ। ਹੁਣ ਬੇਟਾ ਮੇਰੇ ਕੋਲੋਂ ਮੈਂ ਸੋਚਿਆ ਹੈ ਕਿ ਕੋਈ ਕੰਮ ਵਪਾਰ ਵਾਲੇ ਤੇ ਮੈਂ ਲਾ ਦੇਵਾਂ। ਇਸ ਕਰਕੇ 20 ਰੁਪਈਏ ਮੇਰੇ ਕੋਲੋਂ ਲੈ ਜਾਣਾ ਕਰ, ਤੇ ਹੋਰ ਅਸਥਾਨ ਹੋਰ ਥਾਵੇਂ ਜਾ ਕਰਕੇ ਹੇਰ ਲਾਭਦਾ ਵਸਤ ਵਿਚਾਰੀ। ਬਣ ਜੋ ਨਿਜ ਮਤ ਕੋ ਅਨਸਾਰੀ। ਚੰਗੀ ਲਾਭਦਾਇਕ ਵਸਤੂ ਦੇਖਣਾ ਕਰ, ਔਰ ਉਸ ਨੂੰ ਚੰਗੀ ਸਸਤੇ ਮੁੱਲ ਵਿੱਚ ਖਰੀਦ ਕਰਕੇ ਆਪਣੇ ਵਪਾਰ ਨੂੰ ਵਧਾ। ਉਸੇ ਵਸਤੂ ਨੂੰ ਚੰਗੇ ਮੁੱਲ ਵਿੱਚ ਵੇਚ ਕਰਕੇ ਧਨ ਖੱਟਣਾ ਕਰ। ਅਬ ਕੇ ਜੇ ਅਨਹੁ ਸੁਭ ਸੌਦਾ, ਪੁਨ ਬਹੁ ਧਨ ਦਿਉ ਔਰ ਭਰ ਮੋਦਾ। ਆਪਣੀ ਚੰਗੀ ਮਤ ਅਨੁਸਾਰ ਚੰਗਾ ਵਪਾਰ ਕਰਨਾ ਕਰ। ਅੱਜ ਹੁਣ ਕੇ ਜੇ ਤੂੰ ਚੰਗਾ ਸੌਦਾ ਲੈ ਕਰਕੇ ਆਵੇਂਗਾ, ਸ਼ੁਭ ਲਾਹਾ ਲੈ ਕਰਕੇ ਆਵੇਂਗਾ, ਪੁਨ ਬਹੁ ਧਨ ਦਿਉ ਔਰ ਭਰ ਮੋਦਾ। ਮੈਂ ਖੁਸ਼ੀ ਨਾਲ ਪੁਨः ਅੱਗੇ ਕਾਰਜ ਵਪਾਰ ਵਾਸਤੇ ਬਹੁਤ ਸਾਰਾ ਧਨ ਦੇਣਾ ਕਰਾਂਗਾ। ਨਿਜ ਪੂੰਜੀ ਤੁਮ ਰੱਖੋ ਨਿਰਾਲੀ, ਕਰਹੁ ਬਨ ਜੇ ਰੀਤ ਸੁਖਾਲੀ। ਹਾਂ, ਇੱਕ ਇਹ ਗੱਲ ਹੈ ਕਿ ਠੀਕ ਤੁਸੀਂ ਆਪਣੀ ਪੂੰਜੀ ਵੱਖਰੀ ਰੱਖਣਾ ਚਾਹੁੰਦੇ ਹੈ ਤਾਂ ਰੱਖ ਲਓ। ਕਰੋ ਬਣ ਜੇ ਰੀਤ ਸੁਖਾਲੀ। ਵਣਜ ਵਪਾਰ ਕਰਨਾ ਕਰੋ, ਇਹ ਸੌਖੀ ਸੁਖਾਲੀ ਰੀਤ ਹੈ। ਦਿਨ ਪ੍ਰਤ ਦਰਬ ਬਦਾਹੋ ਭਾਰੀ, ਬਹੁਰ ਸਪੂਤ ਕਹਿ ਨਰ ਨਾਰੀ। ਦਿਨਾਂ ਪ੍ਰਤੀ ਬਹੁਤ ਸਾਰਾ ਧਨ ਜਿਹੜਾ ਵਧਾਉਣਾ ਕਰੋ। ਸਾਰੇ ਲੋਕ ਲੇਖ ਕਰਕੇ ਕਹਿਣਗੇ ਕਿ ਬਾਬਾ ਕਾਲੂ ਦਾ ਪੁੱਤਰ ਜਿਹੜਾ ਹੈ ਉਹ ਬੜਾ ਕੰਮਕਾਰ ਕਰਦਾ ਹੈ, ਬਹੁਤ ਚੰਗਾ ਨੇਕ ਹੈ। ਬਾਲਾ ਲਿਹੋ ਦੂਸਰਾ ਸੰਗਾ, ਸੁਤ ਜਾਵੋ ਅਬ ਸਹਿਤ ਉਮੰਗਾ। ਕਹਿੰਦੇ ਨੇ ਕਿ ਹੇ ਪੁੱਤਰ, ਦੂਸਰਾ ਪੁਰਖ ਦਾਸ ਆਪਣਾ ਬਾਲਾ ਨਾਲ ਲੈ ਜਾਣਾ ਕਰ, ਤੇ ਸੁਤ ਜਾਵੋ ਅਬ ਸਹਿਤ ਉਮੰਗਾ। ਸਹਿਤ ਖੁਸ਼ੀ ਦੇ ਬਾਲੇ ਦੇ ਨਾਲ ਤੁਸੀਂ ਜਾਣਾ ਕਰੋ। ਕਹਿ ਬਾਲਾ ਸੁਨ ਗੁਰ ਦੁਖ ਕਦਨੰ। ਬਾਲਾ ਕਹਿੰਦਾ ਕਿ ਇਹ ਦੁੱਖਾਂ ਦੀ ਖਾਣ, ਦੁੱਖਾਂ ਨੂੰ ਹਰਨ ਕਰਨ ਵਾਲੇ, ਦੁੱਖ ਨਾਸ਼ ਕਰਤਾ ਗੁਰੂ ਅੰਗਦ ਦੇਵ ਜੀ। ਅਗਲੀ ਕਥਾ ਜਿਹੜੀ ਉਹ ਧਿਆਨ ਨਾਲ ਸੁਣਨਾ ਕਰੋ। ਦਾਸ ਪਠਾਇਓ ਤਬ ਮੁਝ ਸਦਨੰ। ਬਾਬਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਐਸੇ ਬਚਨ ਕਰਕੇ ਕਿ ਦੂਸਰਾ ਤੂੰ ਇੱਕ ਆਪਣਾ ਦਾਸ ਲੈ ਜਾ, ਬਾਲੇ ਨੂੰ ਨਾਲ ਲੈ ਜਾ। ਇਸ ਤਰ੍ਹਾਂ ਕਹਿ ਕਰਕੇ ਇੱਕ ਦਾਸ, ਇੱਕ ਨੌਕਰ ਮੇਰੇ ਘਰ ਮੈਨੂੰ ਸੱਦਣ ਵਾਸਤੇ ਭੇਜਿਆ ਹੈ। ਗਇਓ ਸੰਗ ਮੈਂ ਤਹ ਅਸਥਾਨੰ। ਜਦ ਦਾਸ ਮੇਰੇ ਕੋਲ ਆਇਆ, ਮੈਨੂੰ ਆਣ ਕਰਕੇ ਘਰ ਬਾਬਾ ਕਾਲੂ ਜੀ ਦਾ ਸੁਨੇਹਾ ਦਿੱਤਾ, ਮੈਂ ਉਸੇ ਵਕਤ ਸਾਰੇ ਕੰਮਕਾਰ ਛੱਡ ਕਰਕੇ ਸਤਿਗੁਰਾਂ ਦੇ ਘਰ ਭਾਈ ਕਹਿੰਦੇ ਨੇ, ਬਾਲਾ ਜੀ ਕਹਿੰਦੇ ਕਿ ਮੈਂ ਗੁਰੂ ਨਾਨਕ ਦੇਵ ਜੀ ਦੇ ਘਰ ਬਾਬਾ ਕਾਲੂ ਜੀ ਦੇ ਪਾਸ ਚਲਿਆ ਗਿਆ। ਜਹ ਕਾਲੂ ਨਾਨਕ ਗਤ ਦਾਨੰ। ਜਿੱਥੇ ਗੁਰੂ ਨਾਨਕ ਦੇਵ ਜੀ ਦੇ ਸਮੇਤ ਬਾਬਾ ਕਾਲੂ ਜੀ ਬੈਠੇ ਹੋਏ ਸਨ। ਮੁਝ ਕੋ ਸਾਦਰ ਨਿਕਟ ਪਠਾਇਆ। ਮੈਨੂੰ ਜਦ ਮੈਂ ਗਿਆ ਤਾਂ ਬੜੇ ਆਦਰ ਸਤਕਾਰ ਸਹਿਤ ਨੇੜੇ ਬਿਠਾਉਣਾ ਕੀਤਾ ਹੈ। ਹਿਤ ਭੇਜਨ ਕੇ ਬਚਨ ਅਲਾਯੰ। ਤੇ ਨਾਲ ਭੇਜਣ ਵਾਸਤੇ ਬਚਨ ਕਹਿਣਾ ਕੀਤਾ ਹੈ। ਸੁਨ ਬਾਲੇ ਤੂੰ ਹੈ ਮਤਵਾਨ। ਕਹਿਣ ਲੱਗੇ ਕਿ ਹੇ ਬਾਲੇ ਸੁਣ, ਤੂੰ ਨਾਨਕ ਤੋਂ ਵੱਡਾ ਹੈ ਤੇ ਚੰਗੀ ਸ਼੍ਰੇਸ਼ਟ ਬੁੱਧੀ ਵਾਲਾ, ਸੁਭਾਵਕ ਸੁਭਾਵ ਤੇਰਾ ਹੈ, ਧੀਰਜ ਵਾਲਾ ਸੁਭਾਵ, ਮਤ ਵਾਲਾ ਹੈ ਤੂੰ। ਕੀਚੈ ਨਾਨਕ ਸੰਗ ਪਿਆਰ। ਇਸ ਕਰਕੇ ਮੈਂ ਤੈਨੂੰ ਗੁਰੂ ਨਾਨਕ ਦੇ ਨਾਲ
ਆਪਣੇ ਪੁੱਤਰ ਦੇ ਨਾਲ ਭੇਜਦਾ ਹਾਂ, ਤੂੰ ਇਸ ਦੇ ਨਾਲ ਜਾਣਾ ਕਰ। ਹੋਏ ਲਾਭ ਦਾ ਸੌਦਾ ਜੋ ਲਾਭਦਾਇਕ ਸੌਦਾ ਹੋਵੇਗਾ ਨਾ, ਜੋ ਲਾਭਦਾਇਕ ਵਪਾਰ ਹੋਵੇਗਾ, ਅਸ ਕਹਿ 20 ਰਜ ਤਪਣ ਦੀਨੇ। ਉਹ ਤੁਸੀਂ ਲਾਭਦਾਇਕ ਸੌਦਾ ਜਿਹੜਾ ਉਹ ਕਰਕੇ ਆਉਣਾ ਕਰੋ, ਵਪਾਰ ਕਰਨਾ ਕਰੋ। ਇਸ ਤਰ੍ਹਾਂ ਕਹਿ ਕਰਕੇ ਭਾਈ ਬਾਲੇ ਦੇ ਹੱਥ ਵਿੱਚ 20 ਰੁਪਏ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਦੇਣਾ ਕੀਤੇ ਹਨ। ਭਲ ਬਿਦ ਸੋ ਮੁਝ ਸੌਪਨ ਕੀਨੇ। ਭਲੀ ਵਿਧੀ ਨਾਲ ਬਾਲਾ ਜੀ ਕਹਿ ਰਹੇ ਨੇ ਕਿ ਉਹ ਬਾਬਾ ਕਾਲੂ ਜੀ ਨੇ 20 ਰੁਪਏ ਮੈਨੂੰ ਦੇਣਾ ਕੀਤੇ। ਭਾਤ ਯਾਰ ਮੈਂ ਮਾਨ ਨਿਦੇਸਾ। ਮੈਂ ਉਸੇ ਵਕਤ ਨਿਦੇਸ਼, ਆਦੇਸ਼, ਆਗਿਆ, ਹੁਕਮ ਮੰਨ ਕਰਕੇ ਬਾਬਾ ਕਾਲੂ ਜੀ ਦਾ ਤਿਆਰ ਹੋ ਗਿਆ। ਚਲੇ ਮਕੰਦ ਜੇ ਕਟਤ ਲਿਕਲੇਸ਼ਾ। ਮੁਕਤੀ ਦਾਤੇ ਕਲੇਸ਼ ਕੱਟਣ ਵਾਸਤੇ ਅੱਜ ਪਹਿਲੀ ਵਾਰਾਂ ਸੌਦੇ ਦੇ ਬਹਾਨੇ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਆਪਣੇ ਘਰ ਤੋਂ ਬਾਹਰ ਚੱਲ ਪਏ ਹਨ। 4 ਪਟੰਬਰ ਕੀ ਇਕ ਲਾਈ। 4 ਪਟੰਬਰ ਕੀ ਇੱਕ ਲਾਈ, ਕਹਿੰਦੇ ਨੇ ਕਿ ਇੱਕ ਤਲਾਈ ਸੀ ਜਾਂ ਦੁਲਾਈ ਲਾ ਲਓ। 4 ਪਟੰਬਰ ਭਾਵ ਰੇਸ਼ਮ ਦੀ ਸੀ ਉਹ ਦੁਲਾਈ। ਸੋਲੀਨੀ ਮੈਂ ਕੰਧ ਉਚਾਈ। ਉਹ ਮੈਂ ਆਪਣੇ ਕੰਧੇ ਆਪਣੇ ਮੋਢੇ ਤੇ ਉਚਾ ਲਈ, ਮੋਢੇ ਤੇ ਚੁੱਕ ਲੈਣਾ ਕੀਤੀ। ਅੱਜ ਵੀ ਦੇਖਿਆ ਹੈ ਨਾ ਕਿ ਭਾਈ ਬਾਲੇ ਦੇ ਗੋਤਰ ਵਾਲੇ ਗੁਰੂ ਕੇ ਸਵਾਰਿਓ ਮੋਢੇ ਦੇ ਉੱਪਰ 4 ਦੁਲਾਈ ਜਿਹੜੀ ਹੈ ਰੇਸ਼ਮੀ ਬਸਤਰ ਜਿਹੜਾ ਹੈ ਉਹ ਆਪਣੇ ਮੋਢੇ ਤੇ ਰੱਖ ਕਰਕੇ ਫੇਰ ਕਿਤੇ ਪਿਆਨਾ ਕਰਦੇ ਹਨ। ਭਾਈ ਬਾਲਾ ਕਹਿੰਦਾ ਹੈ ਕਿ ਮੈਂ ਇਉਂ ਆਪਣੇ ਮੋਢੇ ਤੇ ਉਹ ਦੁਲਾਈ ਰੱਖ ਲੈਣਾ ਕੀਤੀ ਹੈ। ਬਹਿਰ ਨਗਰ ਤੇ ਕੇਤਕ ਦੂਰੀ। ਬਸ ਉਸੇ ਵਕਤ ਚੱਲ ਪਏ ਹਨ ਔਰ ਨਗਰ ਤੋਂ ਬਾਹਰ ਸਾਰੀ ਘਰ ਤੋਂ ਤਿਆਰੀ ਕਰ ਕਰਕੇ ਸਹਿਜ ਸਹਿਜ ਬਾਹਰ ਚੱਲ ਪਏ ਹਨ। ਜਦ ਕੁਝ ਦੂਰ ਨਗਰ ਤੋਂ ਆਏ, ਕਾਲੂ ਦੇ ਤਹ ਸਿਖ ਬਨ ਭੂਰੀ। ਕਿਤਨੀ ਹੀ ਦੂਰ ਤੱਕ ਬਾਬਾ ਕਾਲੂ ਜੀ ਸਿੱਖਿਆ ਦਿੰਦੇ ਹੋਏ ਨਗਰ ਤੋਂ ਬਾਹਰ ਛੱਡਣ ਵਾਸਤੇ ਆਏ ਤੇ ਬਹੁਤ ਸਾਰੀਆਂ ਸਿੱਖਿਆਵਾਂ ਦਿੱਤੀਆਂ। ਬਹਰ ਹਟਿਓ ਕਰ ਮੋਹ ਕਨੇਰਾ। ਕਹਿੰਦੇ ਨੇ ਕਿ ਪੁਨः ਬਾਬਾ ਕਾਲੂ ਜੀ ਬੜਾ ਮੋਹ ਕਰਕੇ, ਬੜਾ ਸਨੇਹ ਕਰਕੇ ਪਿਛਾਂ ਨੂੰ ਵਾਪਸ ਮੁੜ ਪਏ ਹਨ ਪਿੰਡ ਵੱਲ। ਬਾਰ ਬਾਰ ਪਾਛਲ ਦਿਸ ਹੈ। ਪਰ ਵਾਰ-ਵਾਰ ਗੁਰੂ ਨਾਨਕ ਦੇਵ ਸਾਹਿਬ ਜੀ ਵੱਲ ਜਾਂਦਿਆਂ ਨੂੰ ਤੱਕਦਾ ਹੈ, ਦੇਖਦਾ ਹੈ। ਮੰਦ ਮੰਦ ਪਗ ਧਰ ਗੁਣ ਮੰਦਰ। ਇੱਥੇ ਹੁਣ ਗੁਣਾ ਦੇ ਮੰਦਰ, ਗੁਣਾ ਦੀ ਖਾਨ ਗੁਰੂ ਨਾਨਕ ਦੇਵ ਸਾਹਿਬ ਜੀ ਮੇਰੇ ਸਮੇਤ ਮੰਦ ਮੰਦ ਸਹਿਜੇ ਸਹਿਜੇ ਆਪਣੇ ਚਰਨ ਰੱਖਦੇ ਹੋਏ ਅਗਾਹਾਂ ਸਫ਼ਰ ਇਹਨਾਂ ਨੇ ਤੈਅ ਕੀਤਾ। ਚਲਤ ਪੰਥ ਭਾਖਤ ਬਚ ਸੁੰਦਰ। ਮੇਰੇ ਨਾਲ ਚੰਗੇ ਸੁੰਦਰ ਬਚਨ ਬੋਲਦੇ ਬੁਲਾਉਂਦੇ ਚੱਲ ਪਏ ਹਨ। ਭਗਤ ਵਿਰਾਗ ਗਿਆਨ ਗੁਣ ਸਾਨੀ। ਭਗਤੀ ਵਿੱਚ ਵਿਰਾਗ ਵਿੱਚ ਮਿਲੀਆਂ ਹੋਈਆਂ ਗਿਆਨ ਵਾਲੀਆਂ ਗੱਲਾਂ ਜਿਹੜੀਆਂ ਸਨ, ਮੁਝ ਉਪਦੇਸ਼ਨ ਕਹਿਤ ਕਹਾਣੀ। ਮੈਨੂੰ ਉਪਦੇਸ਼ ਦੇਣ ਵਾਸਤੇ, ਮੈਨੂੰ ਆਪਣੇ ਜੈਸਾ ਭਗਤੀ ਦੇ ਮਾਰਗ ਤੇ ਲਾਉਣ ਵਾਸਤੇ ਗੁਣਾ ਦੀ ਖਾਨ ਮਹਾਰਾਜ ਮੈਨੂੰ ਸੁੰਦਰ ਸੁੰਦਰ ਬਚਨ ਸੁਣਾਉਂਦੇ ਰਹੇ। ਗ੍ਰਾਮ ਨਗਰ ਮਾਰਗ ਮਹਿ ਜੇਤੇ। ਗ੍ਰਾਮ ਨਗਰ ਮਾਰਗ ਮਹਿ ਜੇਤੇ। ਕਿਤਨਾ ਹੀ ਸਮਾਂ ਸਾਨੂੰ ਇਸ ਤਰ੍ਹਾਂ ਬਤੀਤ ਹੋ ਗਿਆ। ਜਿਤਨੇ ਵੀ ਰਾਸਤੇ ਵਿੱਚ ਨਗਰ ਆਏ, ਗ੍ਰਾਮ ਆਏ, ਤਿਤਨੇ ਹੀ ਸਹਿਜ ਸਹਿਜ ਉਲੰਘੇ ਸਭ ਸਹਿਜੇ ਸਹਿਜੇ ਨਗਰਾਂ ਤੋਂ ਬਾਹਰ ਬਾਹਰ ਸਾਰੇ ਅਸੀਂ ਉਲੰਘ ਗਏ। ਚਲਤ ਚਲਤ ਆਇਓ ਇੱਕ ਕਾਨਨ। ਚਲਦਿਆਂ ਚਲਦਿਆਂ ਇੱਕ ਪਿੰਡ ਸੀ ਜਿਸ ਨੂੰ ਚੂੜਕਾਨਾ ਕਹਿੰਦੇ ਨੇ। ਇਸ ਚੂੜਕਾਨੇ ਦੇ ਨੇੜੇ ਕਹਿੰਦੇ ਨੇ ਕਿ ਬਹੁਤ ਇੱਕ ਘਣਾ ਜੰਗਲ ਆਇਆ। ਤਾਹੇ ਵਲੋਕਤ ਸ਼੍ਰੀ ਕਮਲਾਨਨ। ਕਮਲਪਤੀ ਗੁਰੂ ਨਾਨਕ ਦੇਵ ਸਾਹਿਬ ਜੀ ਉਸ ਜੰਗਲ ਵੱਲ ਨੂੰ ਬੜੀ ਚੰਗੀ ਨਿਗਾਹ ਨਾਲ, ਦੀਰਘ ਦ੍ਰਿਸ਼ਟੀ ਨਾਲ ਦੇਖਣ ਲੱਗ ਪਏ ਹਨ। ਸੁੰਦਰ ਆਸ਼ਰਮ ਏਕ ਨਿਹਾਰੀ। ਕੀ ਦੇਖਿਆ ਹੈ ਕਿ ਇਸ ਘਨੇ ਜੰਗਲ ਵਿੱਚ ਬੜਾ ਸੁੰਦਰ ਆਸ਼ਰਮ ਜਿਹੜਾ ਕੁਟਿਆ ਬਣੀ ਹੋਈ ਹੈ। ਜਹ ਤਪੀਸ਼ ਤਪਤਾਪ ਹੈ ਭਾਰੀ। ਜਿੱਥ ਆਸ਼ਰਮ ਦੇ ਘੇਰੇ ਇਰਦ ਗਿਰਦ ਬਹੁਤ ਸਾਰੇ ਤਪੀਸ਼ਵਰ ਜਿਹੜੇ ਸਨ ਉਹ ਭਾਰੀ ਤਪ, ਘੋਰ ਤਪ ਕਰ ਰਹੇ ਸਨ। ਕਹਿ ਆਸਨ ਕੇ ਊਰਦ ਬਾਹੂ। ਕਹਿੰਦੇ ਨੇ ਕਿ ਕਹਿ ਆਸਨ ਕਹਿ ਊਰਦ ਬਾਹੂ। ਕਿਸੇ ਨੇ ਆਸਨ ਕੀਤਾ। ਜੋਗੀਆਂ ਦੇ 84 ਆਸਨ ਹੁੰਦੇ ਹਨ। ਕਿਸੇ ਨੇ ਉੱਪਰ ਬਾਹਾਂ ਕਰਕੇ ਆਸਨ ਜਿਹੜਾ ਉਹ ਕਰਨਾ ਕੀਤਾ, ਭਗਤੀ ਕਰ ਰਿਹਾ ਸੀ। ਪਿਟਪਨ ਲਟਕਤ ਕੋ ਉਲਟਾਹੂ। ਕੋਈ ਤੇ ਕਹਿੰਦੇ ਨੇ ਕਿ ਆਪਣੀਆਂ ਲੱਤਾਂ ਜਿਹੜੀਆਂ ਸਨ ਉਹ ਰੁੱਖਾਂ ਦੇ ਨਾਲ ਬੰਨ ਕਰਕੇ ਜਾਂ ਰੁੱਖ ਦੇ ਟਾਹਣੇ ਨੂੰ ਕੜਿੰਗੜੀ ਮਾਰ ਕਰਕੇ ਪੁੱਠਾ ਲਟਕਿਆ ਹੋਇਆ ਸੀ। ਇੱਕ ਚਰਨ ਪਰ ਕੋ ਇੱਕ ਠਾਂਡੇ। ਕੋਈ ਤਾਂ ਸਾਧੂ ਜਿਹੜਾ ਸੀ ਉਹ ਇੱਕ ਚਰਨ ਉੱਪਰ ਖੜਿਆ ਹੋ ਕਰਕੇ ਹੱਥ ਜੋੜ ਕਰਕੇ ਅੱਖਾਂ ਮੀਟ ਕਰਕੇ ਲਗਾਤਾਰ ਖੜਾ ਹੋਇਆ ਸੀ। ਸੁਖ ਪਰਲੋਕ ਜਿਨਹਿ ਰੁਚ ਬਾਡੇ। ਕਹਿੰਦੇ ਨੇ ਕਿ ਜਿਨ੍ਹਾਂ ਨੂੰ ਪਰਲੋਕ ਵਿੱਚ ਸੁਖ ਪ੍ਰਾਪਤ ਕਰਨ ਦੀ ਰੁਚੀ ਵਧੀ ਹੋਈ ਸੀ, ਪ੍ਰੇਮ ਸੀ,
ਕਿ ਸਾਡਾ ਇਹ ਲੋਕ ਜਿਹੜਾ ਚਾਹੇ ਇਹ ਸਰੀਰ ਜਿਹੜਾ ਉਹ ਦੁਖੀ ਰਹੇ, ਪਰ ਸਾਡਾ ਪਰਲੋਕ ਜਿਹੜਾ ਉਹ ਸੁਧਰ ਜਾਵੇ, ਪਰਲੋਕ ਸਵਰ ਜਾਵੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ, ਸੁਨ ਭੂਪਤ ਜਾਂ ਜਗਤ ਮੈਂ ਦੁਖੀ ਰਹਿਤ ਹਰ ਸੰਤ। ਪਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਅੰਤ ਲਹਿੰਗੇ ਮੁਕਤ ਫਲ ਪਾਵਹਿੰਗੇ ਭਗਵੰਤ। ਸਾਧੂ ਅਸਲ ਸੰਤ ਮਹਾਤਮਾ ਲੋਕ ਜਿਹੜੇ ਆਪਣੇ ਸਰੀਰ ਨੂੰ ਇਸ ਲੋਕ ਇਸ ਮਾਤ ਲੋਕ ਤੇ ਬੜਾ ਭਾਰੀ ਭਗਤੀ ਕਰਦਿਆਂ ਹੋਇਆਂ ਕਸ਼ਟ ਦਿੰਦੇ ਹਨ। ਥੋੜਾ ਖਾਂਦੇ ਅਲਪ ਆਹਾਰ, ਫਿਰ ਥੋੜਾ ਸੌਂਦੇ ਸੁਲਭ ਸੀ ਨਿੰਦਰਿਆ। ਦਇਆ ਸ਼ਿਮਾ ਤਨ ਪ੍ਰੀਤ, ਕਿਸੇ ਨਾਲ ਕੋਈ ਵਾਧੂ ਕਾਰਜ ਨਾ ਹੋ ਜਾਵੇ ਇਸ ਕਰਕੇ ਇੱਕ ਥਾਵੇਂ ਟਿਕੇ ਰਹਿੰਦੇ। ਔਰ ਦੂਰ ਪਿੰਡਾਂ ਤੋਂ ਦੂਰ ਜੰਗਲਾਂ ਵਿੱਚ ਬਨਾਂ ਵਿੱਚ ਤਪ ਕਰਦੇ। ਇਹ ਸਮਾਂ ਐਸਾ ਸੀ। ਗੁਰੂ ਕੇ ਸਵਾਰਿਓ ਦਇਆ ਸ਼ਿਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਬਾਹਿਬੋ ਵੈਭੋ ਤ੍ਰਿਗੁਣ ਅਤੀਤ। ਤਿੰਨਾਂ ਗੁਣਾਂ ਤੋਂ ਅਤੀਤ ਹੋ ਕਰਕੇ ਉਹ ਪ੍ਰਭੂ ਪਰਮਾਤਮਾ ਦੀ ਭਗਤੀ ਕਰਿਆ ਕਰਦੇ ਸਨ। ਐਸੇ ਸੰਤ ਸਾਧੂ ਮਹਾਤਮਾ ਹੋਇਆ ਕਰਦੇ ਸਨ। ਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਐਸੇ ਕਠਿਨ ਤਪ ਜਿਹੜੇ ਸਾਧੂ ਮਹਾਤਮਾ ਕਰਦੇ ਹਨ, ਆਪਣੇ ਸਰੀਰ ਨੂੰ ਦੁੱਖ ਭਾਵੇਂ ਦਿੰਦੇ ਹਨ। ਸੁਨ ਭੂਪਤ ਜਾਂ ਜਗਤ ਮੈਂ ਦੁਖੀ ਰਹਿਤ ਹਰ ਸੰਤ, ਭਾਵੇਂ ਉਹ ਦੁਖੀ ਰਹਿੰਦੇ ਹਨ, ਭਾਵੇਂ ਲੋਕਾਂ ਦੀਆਂ ਕਈ ਨਿੰਦਿਆਂ ਚੁਗਲੀਆਂ ਸੁਣ ਕਰਕੇ ਦੁਖੀ ਭਾਵੇਂ ਸਰੀਰ ਹੁੰਦਾ ਹੈ ਉਹਨਾਂ ਦਾ, ਪਰ ਅੰਤ ਲਹਿੰਗੇ ਮੁਕਤ ਫਲ ਪਾਵਹਿੰਗੇ ਭਗਵੰਤ। ਉਹ ਅੰਤ ਨੂੰ ਗੁਰੂ ਕੇ ਸਵਾਰਿਓ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਦਰਗਾਹ ਸੱਚਖੰਡ ਦੇ ਵਾਸੀ ਬਣਦੇ ਹਨ। ਜਿਹੜੇ ਭਗਤੀ ਨਹੀਂ ਕਰਦੇ, ਆਪਣੇ ਸਰੀਰ ਨੂੰ ਦੁੱਖ ਨਹੀਂ ਦਿੰਦੇ, ਬਹੁਤਾ ਖਾ ਕਰਕੇ ਬਸ ਲੱਤਾਂ ਪਸਾਰ ਸੁੱਤੇ ਰਹਿੰਦੇ ਹਨ। ਸਤਿਗੁਰੂ ਸਾਹਿਬ ਜੀ ਉਹਨਾਂ ਬਾਬਤ ਕਥਨ ਕਰਦੇ ਨੇ ਕਿ ਸੋਰਠਾ ਰੁਦਰ ਭਗਤ ਜਗ ਮਾਹੇ ਸੁਖ ਕੇ ਦਿਵਸ ਸਦਾ ਭਰੇ। ਮਹਾਰਾਜ ਜੀ ਕਥਨ ਕਰਦੇ ਨੇ ਕਿ ਜਿਹੜੇ ਸ਼ਿਵ ਭਗਤੀ ਵਾਲੇ ਭਾਵ ਹੋਰ ਦੇਵੀ ਦੇਵਤਿਆਂ ਦੀ ਭਗਤੀ ਵਾਲੇ ਜਿਹੜੇ ਸਿਰਫ ਐਸ ਲੋਕ ਵਿੱਚ ਸੁਖ ਚਾਹੁੰਦੇ ਹਨ ਕਿ ਸਾਡਾ ਸਰੀਰ ਅਰੋਗਤ ਰਹੇ, ਸਾਨੂੰ ਕੋਈ ਤਪ ਨਾ ਕਰਨਾ ਪਵੇ, ਬਸ ਸੁਖ ਹੀ ਸੁਖ ਅਸੀਂ ਭੁਗਤੀਏ। ਕਹਿੰਦੇ ਨੇ ਕਿ ਐਸੇ ਲੋਕ ਭਾਵੇਂ ਇਸ ਸੰਸਾਰ ਮਾਤ ਲੋਕ ਤੇ ਸੁਖੀ ਰਹਿੰਦੇ ਹਨ। ਰੁਦਰ ਭਗਤ ਜਗ ਮਾਹੇ ਸੁਖ ਕੇ ਦਿਵਸ ਸਦਾ ਭਰੇ, ਪਰ ਮਰੈ ਫਿਰ ਆਵਹਿ ਜਾਹੇ ਫਲ ਕਛ ਲਹਿ ਨਾ ਮੁਕਤ ਕੋ। ਮਹਾਰਾਜ ਜੀ ਕਹਿੰਦੇ ਨੇ ਕਿ ਉਹ ਕਦੇ ਵਾਸਤੇ ਵੀ ਮੁਕਤੀ ਦਾ ਫਲ ਮੁਕਤੀ ਦਾ ਆਨੰਦ ਨਹੀਂ ਮਾਣ ਸਕਦੇ। ਇਉਂ ਗੁਰੂ ਕੇ ਸਵਾਰਿਓ ਸਤਿਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਨਾ ਅਤੀਤ ਮਹਾਤਮਾ ਸਾਧੂਆਂ ਨੂੰ ਦੇਖ ਰਹੇ ਹਨ। ਕੋਈ ਤਾਂ ਉਰਦ ਉੱਪਰ ਬਾਹਾਂ ਕਰਕੇ ਤਪ ਕਰ ਰਿਹਾ ਹੈ, ਕੋਈ ਪੁੱਠਾ ਲਟਕ ਕੇ ਤਪ ਕਰ ਰਿਹਾ ਹੈ, ਕੋਈ ਜਲ ਵਿੱਚ ਅੱਧ ਵਿਚਾਲੇ ਖਲੋ ਕਰਕੇ ਤਪ ਕਰ ਰਿਹਾ ਹੈ, ਕੋਈ ਕਿਸੇ ਪ੍ਰਕਾਰ ਤੇ ਕੋਈ ਕਿਸੇ ਪ੍ਰਕਾਰ, ਕਿਉਂਕਿ ਇਹਨਾਂ ਨੂੰ ਐਸ ਲੋਕ ਇਸ ਦੇਹ ਪਿੰਡ ਦਾ ਸੁੱਖ ਨਹੀਂ, ਕੇਵਲ ਪ੍ਰਭੂ ਪਰਮਾਤਮਾ ਦੀ ਦਰਗਾਹ ਸੱਚਖੰਡ ਦਾ ਵਾਸਾ ਚਾਹੀਦਾ ਹੈ। ਉੱਥੋਂ ਦੇ ਸੁੱਖ ਵਾਸਤੇ ਭਾਰੀ ਘੋਰ ਕਠਿਨ ਤਪ ਕਰ ਰਹੇ ਹਨ। ਕਹਉ ਸਿਧਾਸਨ ਕੋ ਪਦਮਾਸਨ। ਕੋਈ ਤਾਂ ਕਹਿੰਦੇ ਨੇ ਕਿ ਸਿਧਾਸਨ ਕਰਕੇ ਬੈਠਾ ਹੋਇਆ ਹੈ। ਸਿਧਾਸਨ ਦਾ ਭਾਵ ਹੈ ਕਿ ਆਪਣਾ ਖੱਬੇ ਪੈਰ ਦਾ ਜਿਹੜਾ ਗਿੱਟਾ ਹੈ ਨਾ, ਇਹ ਗੁਦਾ ਦੇ ਵਿੱਚ ਦੇ ਕਰਕੇ ਰੱਖਣਾ ਹੈ, ਔਰ ਸੱਜੇ ਪੈਰ ਦਾ ਜਿਹੜਾ ਗਿੱਟਾ ਹੈ ਇਹ ਲਿੰਗ ਦੇ ਉੱਪਰ ਐ ਦੱਬ ਕੇ ਰੱਖ ਕਰਕੇ ਸਿੱਧ ਆਸਨ ਜਿਹੜਾ ਇਸ ਨੂੰ ਕਿਹਾ ਜਾਂਦਾ ਹੈ। ਪਦਮਾਸਨ ਜਿਹੜਾ ਹੈ ਖੱਬਾ ਪੈਰ ਸੱਜੇ ਪੱਟ ਦੇ ਉੱਪਰ ਰੱਖ ਕਰਕੇ ਫਿਰ ਸੱਜਾ ਖੱਬੇ ਦੇ ਉੱਪਰ ਰੱਖ ਕਰਕੇ ਦੋਵੇਂ ਬਾਹਾਂ ਦੀਆਂ ਜੜੀਆਂ ਬਾਹਾਂ ਪਿਛਾਂਹ ਨੂੰ ਕਰਕੇ ਤੇ ਉਂਗਲਾਂ ਦੀ ਕੜਿੱਕੀ ਮਾਰਨੀ, ਇਸ ਨੂੰ ਪਦਮਾਸਨ ਕਹਿੰਦੇ ਨੇ। ਕਹਿੰਦੇ ਨੇ ਕਿ ਕੋਈ ਕਿਸੇ ਨੇ ਤਾਂ ਸਿੱਧਾ ਆਸਨ ਕੀਤਾ ਹੋਇਆ ਹੈ, ਕਿਸੇ ਨੇ ਪਦਮਾਸਨ ਕਰ ਕਰਕੇ ਉਹ ਬੈਠੇ ਹੋਏ ਹਨ। ਬਾਰੇਪਨ ਕੋ ਰਹਿਤ ਬਿਨਾਸਨ। ਬਾਰੇਪਨ ਦਾ ਭਾਵ ਹੈ ਕਿ ਕੋਈ ਪਾਣੀ ਤੇ ਉੱਪਰ ਹੀ ਕੇਵਲ ਨਿਰਭਰ ਰਹਿ ਕਰਕੇ ਭੋਜਨ ਪਾਣੀ ਤੋਂ ਰਹਿਤ ਭਗਤੀ ਕਰ ਰਿਹਾ ਹੈ। ਸਵੇਤ ਰੰਗ ਲਾਗੀ ਪਸਮੰਗਾ। ਨਿਰਾਹਾਰ ਰਹਿੰਦਾ ਹੈ। ਕੋਈ ਤਾਂ ਕਿਸੇ ਨੇ ਆਪਣੇ ਸਾਰੇ ਸਰੀਰ ਦੇ ਉੱਪਰ ਚਿੱਟੇ ਰੰਗ ਦੀ ਸਵਾਹ ਮਲੀ ਹੋਈ ਹੈ, ਵਿਭੂਤੀ ਮਲੀ ਹੋਈ ਹੈ। ਜਟਾ ਸੀਸ ਜਿਨ ਧੂਸਰ ਰੰਗਾ। ਕਹਿੰਦੇ ਨੇ ਕਿ ਜੜਾਵਾਂ ਜਿਹੜੀਆਂ ਬਹੁਤ ਵਧੀਆਂ ਹੋਈਆਂ, ਔਰ ਉਹਨਾਂ ਜੜਾਵਾਂ ਦਾ ਉਹਨਾਂ ਨੇ ਜੂੜਾ ਕੀਤਾ ਹੋਇਆ। ਤੇ ਜੂੜਾ ਕਿਸ ਰੰਗ ਦਾ ਹੈ? ਜੜਾਵਾਂ ਵਾਲ ਜਿਹੜੇ ਉਹਨਾਂ ਦੇ ਕੇਸ ਕਿਹੜੇ ਰੰਗ ਦੇ ਹਨ? ਧੂਸਰ ਰੰਗਾ, ਭੂਰੇ ਰੰਗ ਦੇ ਵਾਲ ਜੜਾਵਾਂ ਹਨ।
ਕਿਨ ਬਲ ਕਲ ਲਿය ਕੋ ਅੰਗ ਨੰਗਾ। ਕਿਸੇ ਨੇ ਤਾਂ ਕਹਿੰਦੇ ਨੇ ਕਿ ਬਲਕਲ ਦਾ ਭਾਵ ਹੁੰਦਾ ਹੈ ਛੜਾਵਾਂ, ਬਲਕਲ ਦਾ ਭਾਵ ਹੁੰਦਾ ਹੈ ਭੋਜ ਪੱਤਰ। ਕਹਿੰਦੇ ਨੇ ਕਿ ਕਿਸੇ ਨੇ ਆਪਣੇ ਸਰੀਰ ਦੇ ਉੱਪਰ ਗੁਪਤ ਅੰਗ ਉੱਪਰ ਭੋਜ ਪੱਤਰ ਲਿਆ ਹੋਇਆ ਹੈ। ਅਗਨ ਉਸ਼ਨ ਸੋ ਕੋਏ ਅਮੰਗਾ। ਕਿਸੇ ਨੇ ਤੇ